Kanchan Outlook। ਸ਼ਲੋਕ। ਜੋਰ ਜ਼ੁਲਮ ਫੂਲੈ ਘਨੋ, ਕਾਚੀ ਦੇ ਵਿਕਾਰ। ਅਹੰ ਬੁੱਧ ਬੰਧਨ ਪਰੇ, ਨਾਨਕ ਨਾਮ ਛੁਟਾਰ। ਉਹਨਾਂ ਮਨੁੱਖਾਂ ਦੀ ਗੱਲ ਹੋ ਰਹੀ ਹੈ ਜੋ ਦੂਜਿਆਂ ਤੇ ਜ਼ੁਲਮ ਕਰਦੇ ਨੇ, ਦੂਜਿਆਂ ਦੇ ਨਾਲ ਧੱਕਾ ਕਰਦੇ ਨੇ, ਤੇ ਧੱਕਾ ਤਾਂ ਕਰਦੇ ਹੀ ਨੇ ਬਲਕਿ ਉੱਤੋਂ ਇਸ ਗੱਲ ਦਾ ਮਾਣ ਵੀ ਕਰਦੇ ਨੇ ਕਿ ਉਹ ਵੱਡੇ ਨੇ, ਉਹ ਧੱਕਾ ਕਰ ਸਕਦੇ ਨੇ, ਉਹ ਤਾਕਤਵਰ ਨੇ, ਉਹ ਦੂਜਿਆਂ ਨੂੰ ਦਬਾ ਸਕਦੇ ਨੇ, ਦੂਜਿਆਂ ਤੇ ਜ਼ੁਲਮ ਕਰ ਸਕਦੇ ਨੇ, ਇਸ ਗੱਲ ਦਾ ਮਾਣ ਵੀ ਕਰਦੇ ਨੇ। ਪਰ ਗੁਰੂ ਜੀ ਕਹਿੰਦੇ ਕਿ ਕਾਚੀ ਦੇ ਵਿਕਾਰ, ਕਿ ਜੋ ਉਹਨਾਂ ਦਾ ਸਰੀਰ ਹੈ ਉਹ ਤਾਂ ਨਾਸਵੰਤ ਹੀ ਹੈ, ਉਹ ਤੇ ਕਿਸੇ ਦਾ ਵੀ ਐਸਾ ਨਹੀਂ ਹੈ ਜਿਹੜਾ ਕਦੇ ਨਾਸ ਨਾ ਹੋਵੇ। ਇਹ ਜੋ ਆਪਣੇ ਆਪ ਨੂੰ ਵੱਡੇ ਸਮਝਦੇ ਨੇ, ਦੂਜਿਆਂ ਤੇ ਜ਼ੁਲਮ ਕਰਦੇ ਨੇ, ਸਰੀਰ ਉਹਨਾਂ ਦਾ ਵੀ ਨਾਸਵੰਤ ਹੈ, ਉਹਨਾਂ ਨੇ ਵੀ ਇੱਕ ਦਿਨ ਇੱਥੋਂ ਚਲੇ ਜਾਣਾ ਹੈ। ਪਰ ਆਪਣੀ ਮੈਂ ਕਰਕੇ ਅਹੰ ਬੁੱਧ ਬੰਧਨ ਪਰੇ, ਹੰਕਾਰ ਵਾਲੀ ਮੱਤ ਦੇ ਬੰਧਨਾਂ ਦੇ ਵਿੱਚ ਬੱਝੇ ਹੀ ਰਹਿ ਜਾਂਦੇ ਨੇ। ਇੱਦਾਂ ਦੇ ਬੱਝੇ ਵਜਾਏ ਹੀ ਇਸ ਦੁਨੀਆ ਤੋਂ ਚਲੇ ਜਾਂਦੇ ਨੇ, ਕੋਈ ਢੰਗ ਦਾ ਕੰਮ ਨਹੀਂ ਕਰਕੇ ਜਾਂਦੇ। ਇਹਨਾਂ ਬੰਧਨਾਂ ਤੋਂ ਛੁਟਕਾਰਾ ਪਾਉਣ ਦਾ ਇੱਕੋ ਇੱਕ ਰਸਤਾ ਹੈ, ਉਹ ਹੈ ਪਰਮਾਤਮਾ ਦਾ ਨਾਮ, ਉਸ ਪਰਮਾਤਮਾ ਦੇ ਨਾਲ ਜੁੜ ਜਾਣਾ। ਨਾਨਕ ਨਾਮ ਛੁਟਾਰ। ਪੌੜੀ। ਜੱਜਾ ਜਾਣੈ ਹਉ ਕਛ ਹੂਆ। ਕਹਿੰਦੇ ਜਿਹੜਾ ਮਨੁੱਖ ਇਹ ਸਮਝਣ ਲੱਗ ਜਾਂਦਾ ਹੈ ਕਿ ਮੈਂ ਕੁਛ ਹਾਂ, ਹਉ ਕੁਛ ਹੂਆ ਤੋਂ ਭਾਵ ਕਿ ਮੈਂ ਕੁਛ ਹਾਂ, ਆਪਣੇ ਆਪ ਨੂੰ ਵੱਡਾ ਸਮਝਣ ਲੱਗ ਜਾਂਦਾ ਹੈ, ਆਪਣੀ ਹਸਤੀ ਨੂੰ ਬਹੁਤ ਵਧਾ ਚੜਾ ਕੇ ਵੇਖਣ ਲੱਗ ਜਾਂਦਾ ਹੈ। ਉਹਦਾ ਹਾਲ ਇਸ ਪ੍ਰਕਾਰ ਹੁੰਦਾ ਹੈ। ਬਾਧਿਓ ਜਿਉ ਨਲਨੀ ਭ੍ਰਮ ਸੂਆ। ਸੂਆ ਤੋਂ ਭਾਵ ਤੋਤਾ ਅਤੇ ਨਲਨੀ ਤੋਂ ਭਾਵ ਇੱਕ ਅਜਿਹਾ ਜੰਤਰ ਜਿਸ ਦੇ ਨਾਲ ਕਿ ਚੋਗਾ ਪਾ ਕੇ ਤੋਤੇ ਨੂੰ ਫੜਿਆ ਜਾਂਦਾ ਹੈ, ਇੱਕ ਪ੍ਰਕਾਰ ਦੀ ਕੜਿੱਕੀ ਕਹਿ ਸਕਦੇ ਹਾਂ, ਜਿਸ ਦੇ ਰਾਹੀਂ ਤੋਤੇ ਨੂੰ ਚੋਗੇ ਦਾ ਲਾਲਚ ਦਿੱਤਾ ਜਾਂਦਾ ਹੈ। ਚੋਗੇ ਦੇ ਲਾਲਚ ਦੇ ਵਿੱਚ ਆ ਕੇ ਤੋਤਾ ਉਸ ਕੜਿੱਕੀ ਦੇ ਵਿੱਚ ਆ ਫਸਦਾ ਹੈ। ਤਾਂ ਗੁਰੂ ਜੀ ਕਹਿੰਦੇ ਕਿ ਇਹ ਜੋ ਹੰਕਾਰ ਦੇ ਬੱਝੇ ਹੋਏ ਮਨੁੱਖ ਨੇ, ਜਿਹੜੇ ਆਪਣੇ ਆਪ ਨੂੰ ਵੱਡਾ ਸਮਝਦੇ ਨੇ, ਉਹਨਾਂ ਦਾ ਇਹ ਹੰਕਾਰ ਚੋਗੇ ਵਰਗਾ ਹੈ। ਇਸ ਹੰਕਾਰ ਦਾ ਚੋਗਾ ਉਹਨਾਂ ਨੂੰ ਪਿਆ ਰਹਿੰਦਾ ਹੈ ਤੇ ਉਹ ਵਿਕਾਰਾਂ ਦੀ ਕੜਿੱਕੀ ਦੇ ਵਿੱਚ ਫਸੇ ਰਹਿੰਦੇ ਨੇ। ਜੋ ਜਾਣੈ ਹਉ ਭਗਤ ਗਿਆਨੀ, ਆਗੈ ਠਾਕੁਰ ਤਿਲ ਨਹੀਂ ਮਾਨੀ। ਕਈ ਮਨੁੱਖ ਅਜਿਹੇ ਹੁੰਦੇ ਨੇ ਜਿਨ੍ਹਾਂ ਕੋਲੇ ਤਾਕਤ ਤੇ ਨਹੀਂ ਹੁੰਦੀ, ਸਰੀਰਕ ਪੱਖੋਂ ਤਾਕਤਵਰ ਨਹੀਂ ਹੁੰਦੇ, ਸੰਪੱਤੀ ਪੱਖੋਂ ਵੀ ਬਹੁਤੇ ਅਮੀਰ ਨਹੀਂ ਹੁੰਦੇ, ਪਰ ਉਹਨਾਂ ਨੂੰ ਥੋੜ੍ਹਾ ਬਹੁਤਾ ਗਿਆਨ ਹੁੰਦਾ ਹੈ, ਨੌਲੇਜ ਹੁੰਦੀ ਹੈ, ਕਿਸੇ ਵੀ ਖੇਤਰ ਦੀ ਹੋਵੇ, ਤਾਂ ਉਹ ਆਪਣੇ ਆਪ ਨੂੰ ਗਿਆਨਵਾਨ ਸਮਝਣ ਲੱਗ ਜਾਂਦੇ ਨੇ। ਹੰਕਾਰ ਉਹਨਾਂ ਦੇ ਵਿੱਚ ਵੀ ਆ ਸਕਦਾ ਹੈ। ਕਈ ਪਰਮਾਤਮਾ ਦੀ ਭਗਤੀ ਕਰਦੇ ਨੇ, ਹੰਕਾਰ ਉਹਨਾਂ ਦੇ ਵਿੱਚ ਵੀ ਆ ਸਕਦਾ ਹੈ। ਉਹ ਵੀ ਇਹ ਸਮਝਣ ਲੱਗ ਸਕਦੇ ਨੇ ਕਿ ਮੈਂ ਬਹੁਤ ਵੱਡਾ ਭਗਤ ਹਾਂ, ਕਿ ਪਰਮਾਤਮਾ ਦੀ ਭਗਤੀ ਤੇ ਸਿਰਫ ਮੈਨੂੰ ਹੀ ਕਰਨੀ ਆਉਂਦੀ ਹੈ। ਜਦੋਂ ਮਨੁੱਖ ਇਹ ਸਭ ਸਮਝਣ ਲੱਗ ਜਾਂਦਾ ਹੈ ਕਿ ਮੈਂ ਭਗਤ ਹੋ ਗਿਆ ਹਾਂ, ਮੈਂ ਗਿਆਨਵਾਨ ਬਣ ਗਿਆ ਹਾਂ, ਤਾਂ ਉਸ ਪਰਮਾਤਮਾ ਦੇ ਅੱਗੇ ਇਸ ਹੰਕਾਰ ਦਾ ਰਤਾ ਵੀ ਮੁੱਲ ਨਹੀਂ ਪੈਂਦਾ। ਆਗੈ ਠਾਕੁਰ ਤਿਲ ਨਹੀਂ ਮਾਨੀ। ਉਹ ਪਰਮਾਤਮਾ ਤੇ ਉਹਨਾਂ ਨੂੰ ਪਿਆਰ ਕਰਦਾ ਹੈ ਜਿਹੜੇ ਨੀਵੇਂ ਹੋ ਕੇ ਚੱਲਦੇ ਨੇ, ਜਿਹੜੇ ਆਪਣੀ ਹਸਤੀ ਨੂੰ ਨਾ ਮੰਨ ਕੇ ਚੱਲਦੇ ਨੇ, ਜਿਹੜੇ ਉਸ ਪਰਮਾਤਮਾ ਦੀ ਹਸਤੀ ਨੂੰ ਹੀ ਸਭ ਤੋਂ ਵੱਡਾ ਸਮਝਦੇ ਨੇ। ਜੋ ਜਾਣੈ ਮੈਂ ਕਥਨੀ ਕਰਤਾ, ਵਿਆਪਾਰੀ ਵਸੁਦਾ ਜਿਉ ਫਿਰਤਾ। ਕਈ ਮਨੁੱਖ ਧਾਰਮਿਕ ਵਿਦਵਾਨ ਹੋ ਸਕਦੇ ਨੇ, ਜਿਹੜੇ ਧਰਮ ਦਾ ਵਖਿਆਨ ਕਰਦੇ ਨੇ, ਧਾਰਮਿਕ ਪੁਸਤਕਾਂ ਦੀ ਵਿਆਖਿਆ ਕਰਦੇ ਨੇ। ਅਸੀਂ ਵੀ ਇਹ ਕਾਰਜ ਕਰਦੇ ਪਏ ਹਾਂ, ਤੇ ਜੇਕਰ ਅਸੀਂ ਇਸ ਗੱਲ ਦਾ ਹੰਕਾਰ ਕਰਕੇ ਬੈਠ ਜਾਈਏ ਕਿ ਇਹ ਵਿਆਖਿਆ ਤੇ ਸਿਰਫ ਅਸੀਂ ਹੀ ਕਰ ਸਕਦੇ ਹਾਂ, ਹੋਰ ਕੋਈ ਨਹੀਂ ਕਰ ਸਕਦਾ, ਜਾਂ ਅਸੀਂ ਵਧੀਆ ਕਰਦੇ ਹਾਂ ਹੋਰ ਕੋਈ ਵਧੀਆ ਨਹੀਂ ਕਰਦਾ, ਤਾਂ ਸਾਡੀ ਬਹੁਤ ਵੱਡੀ ਭੁੱਲ ਹੋਏਗੀ, ਬਹੁਤ ਵੱਡੀ। ਤੇ ਸਾਡੀ ਹਾਲਤ ਉਸ ਵਪਾਰੀ ਵਰਗੀ ਹੋ ਜਾਏਗੀ ਜੋ ਧਰਤੀ ਤੇ ਘੁੰਮ ਘੁੰਮ ਕੇ ਸੌਦਾ ਵੇਚਦਾ ਹੈ, ਭਾਵ
ਵੱਖ-ਵੱਖ ਥਾਵਾਂ 'ਤੇ ਜਾ ਕੇ ਸੌਦਾ ਵੇਚ ਰਿਹਾ ਹੈ। ਗੁਰੂ ਜੀ ਕਹਿੰਦੇ ਕਿ ਉਹ ਵਪਾਰੀ ਹੀ ਹੈ, ਉਹ ਸੌਦਾ ਸਿਰਫ ਵੇਚ ਹੀ ਰਿਹਾ ਹੈ, ਆਪ ਉਸ ਸੌਦੇ ਦਾ ਲਾਭ ਨਹੀਂ ਲੈ ਰਿਹਾ। ਸੋ ਸਾਡੇ ਵਰਗੇ ਇਨਸਾਨ ਜੋ ਧਾਰਮਿਕ ਵਿਖਿਆਨ ਕਰਦੇ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਇਸ ਵਿਖਿਆਨ ਨੂੰ, ਇਹਨਾਂ ਸਿੱਖਿਆਵਾਂ ਨੂੰ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਲਾਗੂ ਕਰਨ, ਪਹਿਲਾਂ ਲਾਗੂ ਕਰਨ। ਤੇ ਸਾਧ ਸੰਗਤ ਜੀ, ਯਕੀਨ ਮੰਨਿਓ, ਅਸੀਂ ਬਹੁਤ ਨੀਵੇਂ ਹੋ ਕੇ ਚੱਲਦੇ ਹਾਂ। ਸਾਨੂੰ ਇਸ ਗੱਲ ਦਾ ਭੋਰਾ ਵੀ ਮਾਣ ਨਹੀਂ ਹੈ ਕਿ ਅਸੀਂ ਇਹ ਕਾਰਜ ਕਰ ਰਹੇ ਹਾਂ। ਖੁਸ਼ਕਿਸਮਤ ਸਮਝਦੇ ਹਾਂ, ਉਸ ਪਰਮਾਤਮਾ ਦੀ ਮਿਹਰ ਹੋਈ ਹੈ ਕਿ ਇਹ ਕਾਰਜ ਸਾਡੇ ਲੇਖੇ ਲੱਗਿਆ ਹੈ। ਤੇ ਅਸੀਂ ਇਸ ਜ਼ਿੰਮੇਵਾਰੀ ਨੂੰ ਜਿੰਨੀ ਵੀ ਸ਼ਿੱਦਤ ਨਾਲ ਹੋ ਸਕੇ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਿੰਨੀ ਸ਼ੁੱਧਤਾ ਨਾਲ ਹੋ ਸਕੇ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਵੀ ਅਨੇਕਾਂ ਗਲਤੀਆਂ ਰਹਿ ਜਾਂਦੀਆਂ ਹੋਣਗੀਆਂ ਤਾਂ ਸਾਧ ਸੰਗਤ ਵੱਲੋਂ ਖਿਮਾ ਦੇ ਹਮੇਸ਼ਾ ਹੀ ਜਾਚਕ ਹਾਂ। ਮੈਂ ਸਮਝਦਾ ਹਾਂ ਕਿ ਜਿਸ ਦਿਨ ਮੈਂ ਇਸ ਗੱਲ ਦਾ ਹੰਕਾਰ ਕਰ ਲਿਆ ਕਿ ਮੈਂ ਇਹ ਵਿਆਖਿਆ ਕਰਦਾ ਹਾਂ, ਉਸ ਦਿਨ ਤੋਂ ਮੈਂ ਇਸ ਕਾਰਜ ਨੂੰ ਕਰਨ ਦੇ ਯੋਗ ਨਹੀਂ ਰਹਾਂਗਾ। ਤੇ ਹੋ ਸਕਦਾ ਹੈ ਉਸ ਦਿਨ ਤੋਂ ਪਰਮਾਤਮਾ ਦੀ ਬਰਕਤ ਵੀ ਚਲੀ ਜਾਵੇ ਕਿ ਮੈਂ ਇਹ ਕਾਰਜ ਨੂੰ ਚਾਹ ਕੇ ਵੀ ਕਰ ਹੀ ਨਾ ਪਾਵਾਂ। ਸੋ ਕਹਿਣ ਤੋਂ ਭਾਵ ਹੈ ਕਿ ਅਸੀਂ ਕੋਈ ਵੀ ਕਾਰਜ ਕਰਦੇ ਹਾਂ, ਜੇਕਰ ਪਰਮਾਤਮਾ ਨੇ ਸਾਨੂੰ ਕਿਸੇ ਵੀ ਖੇਤਰ ਦੀ ਕਿੰਨੀ ਕੁ ਵੀ ਨੌਲੇਜ ਬਖਸ਼ੀ ਹੈ, ਗਿਆਨ ਬਖਸ਼ਿਆ ਹੈ, ਤਾਂ ਉਸ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੋ ਕੇ ਅਸੀਂ ਉਸ ਨਿਆਮਤ ਨੂੰ ਸਵੀਕਾਰ ਕਰੀਏ, ਉਹਦਾ ਰੱਤਾ ਵੀ ਹੰਕਾਰ ਨਾ ਕਰੀਏ। ਸਾਧ ਸੰਗਤ ਦੇ ਵਿੱਚ ਜੁੜਿਆਂ ਹੰਕਾਰ ਮਾਰਿਆ ਵੀ ਜਾ ਸਕਦਾ ਹੈ। ਗੁਰੂ ਜੀ ਕਹਿੰਦੇ, ਸਾਧ ਸੰਗ ਜਿਹੇ ਹਉਮੈ ਮਾਰੀ, ਨਾਨਕ ਤਾਕੋ ਮਿਲੇ ਮੁਰਾਰੀ। ਇਹ ਹੰਕਾਰ ਤੇ ਪ੍ਰਮਾਤਮਾ ਤੇ ਸਾਡੇ ਵਿਚਕਾਰ ਇੱਕ ਦੀਵਾਰ ਹੈ। ਇਹ ਦੀਵਾਰ ਟੁੱਟੇਗੀ ਤਦ ਹੀ ਸਾਡਾ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਪਾਏਗਾ। ਜਿਸ ਮਨੁੱਖ ਨੇ ਸਾਧ ਸੰਗਤ ਦੇ ਵਿੱਚ ਜਾ ਕੇ ਆਪਣੀ ਹਉਮੈ ਦਾ ਨਾਸ ਕੀਤਾ ਹੈ, ਇਸ ਹਉਮੈ ਦੀ ਦੀਵਾਰ ਨੂੰ ਢਾਹ ਲਿਆ ਹੈ, ਪ੍ਰਮਾਤਮਾ ਉਸ ਨੂੰ ਮਿਲ ਪੈਂਦਾ ਹੈ। ਸ਼ਲੋਕ: ਝਾ ਲਾਂਘੇ ਉਠ ਨਾਮ ਜਪ, ਨਿਸ ਬਾਸੁਰ ਆਰਾਧ, ਕਾਰਾ ਤੁਜੈ ਨਾ ਵਿਆਪਈ, ਨਾਨਕ ਮਿਟੈ ਉਪਾਦ। ਹੇ ਭਾਈ, ਸਵੇਰੇ ਅੰਮ੍ਰਿਤ ਵੇਲੇ, ਝਾ ਲਾਂਘੇ ਭਾਵ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਦਾ ਨਾਮ ਜਪ। ਤੇ ਸਿਰਫ ਇਹੀ ਨਹੀਂ, ਨਿਸ ਬਾਸੁਰ ਆਰਾਧ ਭਾਵ ਦਿਨ ਰਾਤ ਉਸ ਪਰਮਾਤਮਾ ਦੀ ਆਰਾਧਨਾ ਕਰ, ਉਹਨੂੰ ਚੇਤੇ ਦੇ ਵਿੱਚ ਰੱਖ। ਜੇ ਅਜਿਹਾ ਕਰੇਗਾ ਤਾਂ ਕਾਰਾ ਤੁਜੈ ਨਾ ਵਿਆਪਈ। ਕਾਰਾ ਤੋਂ ਭਾਵ ਝੋਰਾ, ਚਿੰਤਾ, ਫਿਕਰ। ਤੈਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਫਿਕਰ ਨਹੀਂ ਹੋਏਗੀ। ਤੇ ਨਾਨਕ ਮਿਟੈ ਉਪਾਦ, ਤੇ ਹੇ ਨਾਨਕ, ਤੇਰੇ ਅੰਦਰੋਂ ਉਪਾਦ ਯਾਨੀ ਕਿ ਝਗੜੇ ਆਦਿਕ ਦਾ ਸੁਭਾਅ, ਉਹ ਸੁਭਾਅ ਜਿਹੜਾ ਤੈਨੂੰ ਦੂਜਿਆਂ ਦੇ ਨਾਲ ਝਗੜਾਉਂਦਾ ਹੈ, ਜਿਹੜਾ ਤੇਰੇ ਅੰਦਰ ਦੂਜਿਆਂ ਪ੍ਰਤੀ ਵੈਰ ਵਿਰੋਧ ਪੈਦਾ ਕਰਦਾ ਹੈ, ਤੇਰਾ ਉਹ ਸੁਭਾਅ ਵੀ ਮਿਟ ਜਾਏਗਾ। ਪੌੜੀ: ਝੱਜਾ ਝੂਰਨ ਮਿਟੈ ਤੁਮਾਰੋ, RAM ਨਾਮ ਸਿਓ ਕਰ ਵਿਵਹਾਰੋ। ਉਸ ਪਰਮਾਤਮਾ ਦੇ ਨਾਮ ਦਾ ਵਣਜ ਕਰ, ਤੇਰੇ ਅੰਦਰੋਂ ਹਰ ਪ੍ਰਕਾਰ ਦੀ ਝੂਰਨਾ ਮਿਟ ਜਾਏਗੀ, ਤੇਰਾ ਹਰ ਪ੍ਰਕਾਰ ਦਾ ਚਿੰਤਾ ਫਿਕਰ ਖਤਮ ਹੋ ਜਾਏਗਾ। ਝੂਰਤ ਝੂਰਤ ਸਾਕਤ ਮੂਆ। ਜੋ ਮਨੁੱਖ ਉਸ ਪਰਮਾਤਮਾ ਨਾਲੋਂ ਟੁੱਟਿਆ ਹੁੰਦਾ ਹੈ, ਵਿਛੜਿਆ ਹੁੰਦਾ ਹੈ, ਉਹ ਚਿੰਤਾ ਝੋਰਿਆਂ ਦੇ ਵਿੱਚ ਝੂਰ ਝੂਰ ਕੇ ਹੀ ਆਤਮਕ ਮੌਤੇ ਮਰਿਆ ਰਹਿੰਦਾ ਹੈ। ਕਿਉਂ? ਕਿਉਂਕਿ ਜਾਕੈ ਹਿਰਦੈ ਹੋਤ ਭਾਉ ਬੀਆ। ਬੀਆ ਤੋਂ ਭਾਵ ਦੂਜਾ, ਯਾਨੀ ਕਿ ਪਰਮਾਤਮਾ ਤੋਂ ਇਲਾਵਾ ਬਾਕੀ ਸਭ ਕੁਝ। ਕਹਿੰਦੇ ਉਹਦੇ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਛੱਡ ਕੇ ਬਾਕੀ ਸਭ ਕਾਸੇ ਨਾਲ ਪ੍ਰੇਮ ਹੁੰਦਾ ਹੈ, ਮੋਹ ਹੁੰਦਾ ਹੈ। ਇਸ ਲਈ ਉਹ ਝੂਰਦਾ ਹੀ ਰਹਿੰਦਾ ਹੈ। ਝਰੈ ਕਸੰਮਲ ਪਾਪ ਤੇਰੇ ਮਨੁਆ, ਅੰਮ੍ਰਿਤ ਕਥਾ ਸੰਤ ਸੰਗ ਸੁਨੂਆ। ਸਾਧ ਸੰਗਤ ਦੇ ਵਿੱਚ ਜੁੜ ਕੇ ਆਤਮਿਕ ਜੀਵਨ ਦੇਣ ਵਾਲੀ ਉਸ ਪਰਮਾਤਮਾ ਦੀ ਸਿਫਤ ਸਲਾਹ ਸੁਣਿਆ ਕਰ। ਅਜਿਹਾ ਕਰਨ ਨਾਲ ਤੇਰੇ ਮਨ ਤੋਂ ਸਾਰੇ ਹੀ ਪਾਪ ਤੇ ਵਿਕਾਰ ਝੜ ਜਾਣਗੇ। ਝਰੈ ਕਾਮ ਕ੍ਰੋਧ ਦ੍ਰਿਸ਼ਟਾਈ, ਨਾਨਕ ਜਾ ਕੋ ਕਿਰਪਾ ਗੁਸਾਈ।
ਸ੍ਰਿਸ਼ਟੀ ਦਾ ਉਹ ਮਾਲਕ ਪ੍ਰਮਾਤਮਾ ਜਿਸ ਮਨੁੱਖ ਤੇ ਕਿਰਪਾ ਕਰਦਾ ਹੈ, ਆਪਣੀ ਮਿਹਰ ਕਰਦਾ ਹੈ, ਉਹਦੇ ਸਾਰੇ ਹੀ ਕਾਮ ਕ੍ਰੋਧ ਆਦਿਕ ਵੈਰੀ ਨਾਸ ਹੋ ਜਾਂਦੇ ਨੇ। ਸ਼ਲੋਕ। ਯਤਨ ਕਰੋ ਤੁਮ ਅਨਿਕ ਬਿਦ, ਰਹਿਨ ਨਾ ਪਾਵੋ ਮੀਤ, ਜੀਵਤ ਰਹੋ ਹਰ ਹਰ ਭਜੋ, ਨਾਨਕ ਨਾਮ ਪ੍ਰੀਤ। ਕਹਿੰਦੇ ਹੇ ਮੇਰੇ ਮਿੱਤਰ, ਤੂੰ ਅਨੇਕਾਂ ਪ੍ਰਕਾਰ ਦੇ ਯਤਨ ਕਰਕੇ ਵੇਖ ਲੈ। ਯਤਨ ਕਰੋ ਤੁਮ ਅਨਿਕ ਬਿਦ, ਅਨੇਕਾਂ ਵਿਧੀਆਂ ਅਪਣਾ ਕੇ ਦੇਖ ਲੈ, ਯਤਨ ਕਰਕੇ ਵੇਖ ਲੈ। ਰਹਿਨ ਨਾ ਪਾਵੋ ਮੀਤ, ਸਦਾ ਲਈ ਇਸ ਸੰਸਾਰ ਦੇ ਵਿੱਚ ਤੂੰ ਰਹਿ ਨਹੀਂ ਪਾਵੇਂਗਾ। ਇਹ ਤੇ ਤੈਨੂੰ ਇੱਕ ਦਿਨ ਛੱਡ ਕੇ ਜਾਣਾ ਹੀ ਪੈਣਾ। ਚੰਗਾ ਰਹੇਗਾ ਜੇ ਉਸ ਪ੍ਰਮਾਤਮਾ ਦੇ ਨਾਮ ਦੇ ਨਾਲ ਪ੍ਰੀਤ ਪਾ ਲਵੇਂ, ਉਸ ਪ੍ਰਮਾਤਮਾ ਦਾ ਭਜਨ ਕਰੇ, ਉਹਦੀ ਸਿਫਤ ਸਲਾਹ ਕਰੇ, ਉਹਦੇ ਨਾਲ ਜੁੜੇ। ਇਸ ਪ੍ਰਕਾਰ ਤੈਨੂੰ ਆਤਮਿਕ ਜੀਵਨ ਮਿਲੇਗਾ। ਜਿੰਨਾ ਚਿਰ ਤੇਰਾ ਜੀਵਨ ਹੈ, ਉਨਾ ਚਿਰ ਤੂੰ ਸਹੀ ਮਾਇਨਿਆਂ ਦੇ ਵਿੱਚ ਜਿਉਂ ਕੇ ਆਪਣਾ ਜੀਵਨ ਬਤੀਤ ਕਰੇਗਾ। ਨਹੀਂ ਤੇ ਮਾਇਆ ਦੇ ਮੋਹ 'ਚ ਸੁੱਤਾ ਹੀ ਆਪਣੀ ਜ਼ਿੰਦਗੀ ਗੁਜ਼ਾਰ ਕੇ ਚਲਾ ਜਾਏਗਾ। ਅਸਲੀ ਜਾਗਣਾ ਕੀ ਹੁੰਦਾ ਹੈ ਕਦੇ ਸਮਝ ਹੀ ਨਹੀਂ ਪਾਏਗਾ। ਪਵੜੀ। ਨਈਆਂ ਜਾਣੋ ਦ੍ਰਿੜ ਸਹੀ, ਬਿਨਸ ਜਾਤ ਇਹ ਹੇਤ, ਗਣਤੀ ਗਣੋ ਨਾ ਗਣ ਸਕੋ, ਊਠ ਸਿਧਾਰੇ ਕੇਤ। ਗੁਰੂ ਜੀ ਕਹਿੰਦੇ ਕਿ ਹੇ ਭਾਈ, ਆਪਣੇ ਦਿਲ ਦੇ ਵਿੱਚ ਇਹ ਗੱਲ ਪੱਕੀ ਕਰ ਲਵੋ। ਜਾਣੋ ਦ੍ਰਿੜ ਸਹੀ, ਬਿਨਸ ਜਾਤ ਇਹ ਹੇਤ। ਇਹ ਜਿਹੜੀਆਂ ਚੀਜ਼ਾਂ ਨੂੰ ਅਸੀਂ ਮੋਹ ਕਰਦੇ ਹਾਂ, ਪਿਆਰ ਕਰਦੇ ਹਾਂ, ਇਹ ਸਾਰੀਆਂ ਬਿਨਸ ਜਾਣੀਆਂ ਨੇ, ਨਾਸ ਹੋ ਜਾਣੀਆਂ ਨੇ। ਕਹਿੰਦੇ ਗਣਤੀ ਗਣੋ ਨਾ ਗਣ ਸਕੋ, ਕਹਿੰਦੇ ਨਾ ਹੀ ਤੇ ਮੈਂ ਗਿਣਤੀ ਕਰਦਾ ਹਾਂ ਤੇ ਨਾ ਹੀ ਕਰ ਸਕਦਾ ਹਾਂ ਕਿ ਊਠ ਸਿਧਾਰੇ ਕੇਤ, ਕੇ ਕਿੰਨੇ ਕੁ ਜੀਵ ਇਸ ਦੁਨੀਆ ਤੋਂ ਚਲੇ ਗਏ। ਯੋਂ ਪੇਖੋ ਸੋ ਬਿਨਸਤੋ, ਕਾਸਿਓ ਕਰੀਐ ਸੰਗ। ਸਵਾਲ ਪੁੱਛਦੇ ਨੇ ਕਿ ਜੋ ਕੁਝ ਵੀ ਅੱਖਾਂ ਦੇ ਨਾਲ ਵੇਖ ਪਾ ਰਿਹਾ ਹਾਂ, ਸਭ ਕੁਝ ਤੇ ਬਿਨਸਣ ਯੋਗ ਹੈ, ਨਾਸ ਹੋਣ ਯੋਗ ਹੈ, ਤੇ ਫਿਰ ਆਪਣੀ ਪ੍ਰੀਤ ਅਸੀਂ ਕਿਸ ਨਾਲ ਪਾਈਏ? ਕਾਸਿਓ ਕਰੀਐ ਸੰਗ, ਯਾਨੋ ਆਵਿਦ ਸਹੀ ਚਿੱਤ, ਝੂਠੋ ਮਾਇਆ ਰੰਗ। ਕਹਿੰਦੇ ਹੇ ਮੇਰੇ ਚਿੱਤ, ਤੂੰ ਸਿਰਫ ਇੰਨੀ ਗੱਲ ਬੁੱਝ ਲੈ, ਇੰਨੀ ਗੱਲ ਜਾਣ ਲੈ ਕਿ ਇਹ ਜੋ ਮਾਇਆ ਦਾ ਪਿਆਰ ਹੈ ਇਹ ਝੂਠਾ ਹੈ। ਕਿਉਂਕਿ ਮਾਇਆ ਦੇ ਮੋਹ 'ਚ ਆ ਕੇ ਤੂੰ ਜਿਹੜੀਆਂ ਵੀ ਚੀਜ਼ਾਂ ਵਸਤਾਂ ਨੂੰ ਪ੍ਰੇਮ ਕਰਦਾ ਹੈ ਜਾਂ ਇਨਸਾਨਾਂ ਨੂੰ, ਜੀਵਾਂ ਨੂੰ ਪ੍ਰੇਮ ਕਰਦਾ ਹੈ, ਉਹ ਸਾਰੇ ਝੂਠੇ ਨੇ, ਸਭ ਨਾਸ ਹੋਣ ਯੋਗ ਨੇ। ਸੋ ਇਹ ਮਾਇਆ ਦਾ ਜੋ ਰੰਗ ਹੈ ਇਹ ਝੂਠਾ ਹੈ। ਇੰਨੀ ਗੱਲ ਮੇਰੇ ਚਿੱਤ ਤੂੰ ਸਮਝ ਲੈ। ਜਾਣਤ ਸੋਈ ਸੰਤ ਸੋਏ, ਭਰਮ ਤੇ ਕੀਚਿਤ ਭਿੰਨ। ਗੁਰੂ ਜੀ ਕਹਿੰਦੇ ਕਿ ਉਹਨਾਂ ਨੂੰ ਸੰਤ ਸਮਝੋ ਜਿਨ੍ਹਾਂ ਨੂੰ ਉਸ ਪਰਮਾਤਮਾ ਨੇ ਭਟਕਣਾ ਨਾਲੋਂ ਭਿੰਨ ਕਰ ਦਿੱਤਾ ਹੈ। ਭਰਮ ਤੇ ਕੀਚਿਤ ਭਿੰਨ ਭਾਵ ਕਿ ਭਟਕਣਾ ਤੋਂ ਅਲੱਗ ਕਰ ਦਿੱਤਾ ਹੈ। ਜਿਹੜੇ ਮਨੁੱਖ ਭਟਕ ਨਹੀਂ ਰਹੇ, ਉਹਨਾਂ ਨੂੰ ਸੰਤ ਸਮਝੋ। ਅੰਧ ਕੂਪ ਤੇ ਤਿਹ ਕੱਢੋ, ਜਿਹ ਹੋਵੈ ਸੋ ਪ੍ਰਸੰਨ। ਪਰ ਅਜਿਹੇ ਸੰਤ ਜਨ ਨੇ ਜਿਹੜੇ ਉਹ ਉਹੀ ਬਣ ਸਕਦੇ ਨੇ ਜਿਨ੍ਹਾਂ ਤੇ ਉਹ ਪਰਮਾਤਮਾ ਪ੍ਰਸੰਨ ਹੋ ਜਾਵੇ ਤੇ ਉਹਨਾਂ ਨੂੰ ਮਾਇਆ ਦੇ ਅੰਨੇ ਖੂਹ ਦੇ ਵਿੱਚੋਂ ਬਾਹਰ ਕੱਢ ਲਵੇ। ਜਾਂ ਕੈ ਹਾਥ ਸਮਰੱਥ, ਤੇ ਕਾਰਨ ਕਰਨਾ ਜੋਗ, ਨਾਨਕ ਤਿਹ ਉਸਤਤ ਕਰੋ, ਯਾਹੂ ਕੀਓ ਸੰਜੋਗ। ਨਾਨਕ ਤੇ ਉਸ ਪਰਮਾਤਮਾ ਦੀ ਉਸਤਤ ਕਰਦਾ ਹੈ, ਸਿਫਤ ਸਲਾਹ ਕਰਦਾ ਹੈ, ਜਿਨਨੇ ਇਹ ਸੰਜੋਗ ਬਣਾਇਆ ਹੈ ਕਿ ਉਹ ਉਹਦੀ ਸਿਫਤ ਸਲਾਹ ਕਰੇ। ਜਿਹਦੇ ਹੱਥ ਸਮਰੱਥ ਸਭ ਕੁਝ ਹੈ, ਜੋ ਸਭ ਕੁਝ ਕਰਨ ਕਰਾਉਣ ਦੇ ਯੋਗ ਹੈ। ਗੁਰੂ ਜੀ ਕਹਿੰਦੇ ਕਿ ਮੈਂ ਤੇ ਉਹਦੀ ਸਿਫਤ ਸਲਾਹ ਕਰਦਾ ਹਾਂ। ਜੇਕਰ ਉਹ ਪ੍ਰਮਾਤਮਾ ਸੰਯੋਗ ਨਾ ਬਣਾਵੇ ਤੇ ਨਾ ਹੀ ਤੇ ਮੈਂ ਇਹ ਵਿਆਖਿਆ ਕਰ ਸਕਦਾ ਹਾਂ ਤੇ ਨਾ ਹੀ ਤੁਸੀਂ ਸੁਣ ਸਕਦੇ ਹੋ। ਇਹ ਸਿਰਫ ਉਸ ਪਰਮਾਤਮਾ ਦੇ ਸੰਯੋਗ ਦੀ ਗੱਲ ਹੈ, ਉਹਦੀ ਮਿਹਰ ਹੈ ਮੇਰੇ ਤੇ, ਤੁਹਾਡੇ ਤੇ, ਜੋ ਅਸੀਂ ਉਹਦੀ ਬਾਣੀ ਦੇ ਨਾਲ ਜੁੜੇ ਹੋਏ ਹਾਂ। ਤੇ ਉਸ ਪਰਮਾਤਮਾ ਅੱਗੇ ਇਹੀ ਅਰਦਾਸ ਹੈ
ਕਿ ਸਾਡੇ ਤੇ ਇਹ ਮਿਹਰ ਉਹ ਸਦਾ ਹੀ ਬਣਾਈ ਰੱਖੇ। ਸ਼ਲੋਕ। ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ, ਨਾਨਕ ਮਨੋ ਨਾ ਵਿਸਰੈ ਗੁਣ ਨਿਧ ਗੋਬਿੰਦ ਰਾਏ। ਹੇ ਨਾਨਕ, ਗੁਣਾਂ ਦਾ ਖਜ਼ਾਨਾ ਗੋਬਿੰਦ ਜਿਸ ਮਨੁੱਖ ਦੇ ਮਨ ਤੋਂ ਨਹੀਂ ਭੁੱਲਦਾ, ਉਹਦੇ ਸਾਰੇ ਮਾਇਆ ਦੇ ਬੰਧਨ ਟੁੱਟ ਜਾਂਦੇ ਨੇ। ਉਹ ਬੰਧਨ ਜਿਹੜੇ ਜਨਮ ਮਰਨ ਦੇ ਗੇੜ 'ਚ ਮਨੁੱਖ ਨੂੰ ਪਾਉਂਦੇ ਨੇ, ਉਹਦੇ ਉਹ ਬੰਧਨ ਟੁੱਟ ਜਾਂਦੇ ਨੇ ਤੇ ਉਹ ਮਨੁੱਖ ਗੁਰੂ ਦੀ ਸੇਵਾ ਕਰਕੇ ਆਤਮਿਕ ਆਨੰਦ ਪ੍ਰਾਪਤ ਕਰਦਾ ਹੈ। ਪੌੜੀ। ਟਹਿਲ ਕਰੋ ਤਉ ਏਕ ਕੀ, ਜਾਤੇ ਵਿਰਥਾ ਨਾ ਕੋਈ। ਕਹਿੰਦੇ ਸਿਰਫ ਤੇ ਸਿਰਫ ਉਸ ਇੱਕ ਪਰਮਾਤਮਾ ਦੀ ਸੇਵਾ ਭਗਤੀ ਕਰੋ ਜਿਹਦੇ ਦਰ ਤੋਂ ਕਦੇ ਕੋਈ ਖਾਲੀ ਨਹੀਂ ਜਾਂਦਾ। ਮਨ ਤਨ ਮੁਖ ਹੀਐ ਵਸੈ, ਜੋ ਚਾਹੋ ਸੋ ਹੋਈ। ਜੇਕਰ ਤੁਹਾਡੇ ਮਨ ਵਿੱਚ, ਤਨ ਵਿੱਚ, ਮੁਖ ਵਿੱਚ, ਹਿਰਦੇ ਵਿੱਚ ਉਹ ਪਰਮਾਤਮਾ ਆ ਵਸੇ ਤਾਂ ਤੁਸੀਂ ਜੋ ਚਾਹੋਗੇ ਉਹੀ ਹੋ ਜਾਏਗਾ। ਟਹਿਲ ਮਹਿਲ ਤਾਕਉ ਮਿਲੈ, ਜਾਕਉ ਸਾਧ ਕਿਰਪਾਲ। ਉਸ ਪਰਮਾਤਮਾ ਦੀ ਸੇਵਾ ਭਗਤੀ ਕਰਨ ਦਾ ਮੌਕਾ ਤੇ ਉਹਦੇ ਮਹਿਲ ਦੇ ਵਿੱਚ ਨਿਵਾਸ ਉਸ ਮਨੁੱਖ ਨੂੰ ਮਿਲਦਾ ਹੈ ਜਿਹਦੇ ਉੱਤੇ ਗੁਰੂ ਦਿਆਲ ਹੋ ਜਾਵੇ। ਜਾਕਉ ਸਾਧ ਕਿਰਪਾਲ। ਤੇ ਸਾਧੂ ਸੰਗਤ ਤਉ ਵਸੈ, ਜੋ ਆਪਨ ਹੋਏ ਦਇਆਲ। ਤੇ ਗੁਰੂ ਦੀ ਸੰਗਤ ਦੇ ਵਿੱਚ ਮਨੁੱਖ ਉਦੋਂ ਜਾਂਦਾ ਹੈ, ਗੁਰੂ ਦੀ ਸੰਗਤ ਉਦੋਂ ਮਿਲਦੀ ਹੈ ਜਦੋਂ ਉਹ ਪਰਮਾਤਮਾ ਤੁਹਾਡੇ ਤੇ ਦਇਆਲ ਹੋ ਜਾਵੇ। ਟੋਹੇ ਟਾਹੇ ਬਹੁ ਭਵਨ, ਬਿਨ ਨਾਵੈ ਸੁਖ ਨਾਹੀਂ। ਕਹਿੰਦੇ ਅਸੀਂ ਤੇ ਬੜੇ ਥਾਂ ਭਾਲ ਕੇ ਵੇਖ ਲਏ, ਪਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਤੇ ਵੀ ਹੋਰ ਸੁੱਖ ਨਹੀਂ ਮਿਲਦਾ। ਟਲੈ ਜਾਮ ਕੇ ਦੂਤ ਤਿਹ, ਜੋ ਸਾਧੂ ਸੰਗ ਸਮਾਹੇ। ਜਿਹੜੇ ਮਨੁੱਖ ਗੁਰੂ ਦੀ ਹਜ਼ੂਰੀ ਦੇ ਵਿੱਚ ਆਪਣੇ ਆਪ ਨੂੰ ਲੀਨ ਕਰ ਲੈਂਦੇ ਹਨ, ਉਹਨਾਂ ਤੋਂ ਤਾਂ ਜਮਦੂਤ ਵੀ ਲਾਂਭੇ ਹੋ ਜਾਂਦੇ ਨੇ, ਉਹਨਾਂ ਨੂੰ ਮੌਤ ਦਾ ਕੋਈ ਡਰ ਨਹੀਂ ਰਹਿ ਜਾਂਦਾ। ਬਾਰ ਬਾਰ ਜਾਓ ਸੰਤ ਸਦਕੇ। ਗੁਰੂ ਜੀ ਕਹਿੰਦੇ ਕਿ ਮੈਂ ਤੇ ਗੁਰੂ ਤੋਂ ਮੁੜ ਮੁੜ ਕੁਰਬਾਨ ਜਾਂਦਾ ਹਾਂ। ਨਾਨਕ ਪਾਪ ਬਿਨਾਸੇ ਕਦਕੇ। ਜਿਹੜਾ ਮਨੁੱਖ ਗੁਰੂ ਦੇ ਦਰ ਤੇ ਆ ਜਾਂਦਾ ਹੈ, ਉਹਦੇ ਕਈ ਜਨਮਾਂ ਦੇ ਕੀਤੇ ਮੰਦੇ ਕਰਮਾਂ ਦੇ ਸੰਸਕਾਰ ਨਾਸ ਹੋ ਜਾਂਦੇ ਨੇ। ਜੋ ਪਾਪ ਉਹਦੇ ਮਨ ਦੇ ਵਿੱਚ ਵਸੇ ਹੋਏ ਹਨ, ਉਹ ਨਾਸ ਹੋ ਜਾਂਦੇ ਨੇ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 255ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਅਸੀਂ ਚੱਜਾ, ਝੱਜਾ, ਨਈਆਂ ਅਤੇ ਟੈਂਕਾ ਅੱਖਰਾਂ ਤੋਂ ਜੋ 52 ਅੱਖਰੀ ਦੀ ਬਾਣੀ ਹੈ, ਉਹਦੇ ਵਿੱਚ ਅਸੀਂ ਬਾਣੀ ਪੜ੍ਹੀ ਹੈ। ਜੱਜੇ ਤੋਂ ਗੁਰੂ ਜੀ ਨੇ ਉਹਨਾਂ ਮਨੁੱਖਾਂ ਦੀ ਗੱਲ ਕੀਤੀ ਜੋ ਆਪਣੇ ਆਪ ਨੂੰ ਕੁਝ ਜ਼ਿਆਦਾ ਹੀ ਜਾਣਦੇ ਨੇ, ਜੋ ਮੰਨਦੇ ਨੇ ਕਿ ਅਸੀਂ ਬਹੁਤ ਵੱਡੇ ਹਾਂ। ਤੇ ਇਸ ਸੰਦਰਭ ਦੇ ਨਾਲ ਗੁਰੂ ਜੀ ਨੇ ਸਾਨੂੰ ਹੰਕਾਰ ਤੋਂ ਦੂਰ ਰਹਿਣ ਲਈ ਸਮਝਾਇਆ ਹੈ। ਝੱਜੇ ਤੇ ਝੋਰਿਆਂ ਦੀ ਗੱਲ ਹੋਈ ਹੈ ਕਿ ਜਦੋਂ ਅਸੀਂ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਜੁੜਦੇ ਹਾਂ, ਉਹਦੇ ਨਾਲ ਪ੍ਰੀਤ ਪਾਉਂਦੇ ਹਾਂ, ਤਾਂ ਸਾਡੇ ਹਰ ਪ੍ਰਕਾਰ ਦੇ ਝੋਰੇ ਤੇ ਚਿੰਤਾਵਾਂ ਮਿਟ ਜਾਂਦੀਆਂ ਨੇ। ਨਈਏ ਤੋਂ ਵੀ ਗੁਰੂ ਜੀ ਨੇ ਜੱਜੇ ਵਾਲਾ ਹੀ ਭਾਵ ਲਿਆ ਹੈ ਕਿ ਜਾਣੋ, ਕਿ ਇਸ ਗੱਲ ਨੂੰ ਆਪਣੇ ਹਿਰਦੇ ਦੇ ਵਿੱਚ ਪੱਕੀ ਕਰ ਲਵੋ ਕਿ ਮਾਇਆ ਦਾ ਰੰਗ ਝੂਠਾ ਹੈ। ਜੋ ਕੁਝ ਅੱਖੀਂ ਦਿਸਦਾ ਹੈ ਸਭ ਕੁਝ ਨਾਸਵੰਤ ਹੈ। ਤੇ ਟੈਂਕੇ ਤੋਂ ਗੁਰੂ ਜੀ ਨੇ ਕਿਹਾ ਹੈ ਕਿ ਅਸੀਂ ਉਸ ਪਰਮਾਤਮਾ ਦੀ ਟਹਿਲ ਕਰੀਏ, ਭਾਵ ਕਿ ਉਹਦੀ ਸਿਫਤ ਸਲਾਹ ਕਰੀਏ, ਉਹਦੀ ਸੇਵਾ ਭਗਤੀ ਕਰੀਏ। ਸੋ ਇਸੇ ਸਾਰ ਅੰਸ਼ ਤੇ ਹੀ ਅੱਜ ਦੀ ਵੀਡੀਓ ਦੀ ਅਸੀਂ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।